ਇੱਕ ਨਜ਼ਰੀਆ ਸਮੇਂ ਨਾਲ ਵੱਖ-ਵੱਖ ਵਿਚਾਰਾਂ ਵਿੱਚ ਪਨਪਦਾ, ਪੁੰਗਰਦਾ ਅਤੇ ਕਰਵਟ ਲੈਂਦਾ ਮਾਨਸਿਕ ਵਿਕਾਸ ਤੇ ਵਿਕਸਿਤ ਸੋਚ ਦਾ ਹੁੰਗਾਰਾ ਭਰਦਾ ਹੈ। ਇੱਕ ਆਜ਼ਾਦ ਸੋਚ, ਇੱਕ ਨਿਰਪੱਖ ਖਿਆਲ, ਠੀਕ ਗਲਤ ਦੇ ਨਿਰਣੇ ਤੋਂ ਬਾਹਰ ਸਮੇਂ ਅਤੇ ਘਟਨਾਕ੍ਰਮ ਦੀ ਜ਼ਰੂਰਤ ਨੂੰ ਸਮਝਦੇ ਹੋਏ ਫੈਸਲੇ ਲੈਣ ਦੀ ਹਿੰਮਤ ਬਖਸ਼ਦਾ ਹੈ। ਇੱਕ ਨਜ਼ਰੀਆ ਕਿਸੇ ਧਾਰਮਿਕ ਸੋਚ ਨੂੰ ਕੱਟਦਾ ਨਹੀਂ, ਨਾ ਹੀ ਉਸ ਦਾ ਜ਼ਿਕਰ ਕਰਦਾ ਹੈ, ਨਾ ਹੀ ਹਾਮੀ ਭਰਦਾ ਹੈ। ਇਹ ਸਿਰਫ ਬੇਬਲਤਾ ਤੇ ਸੰਸਿਆਂ ਵਿੱਚ ਗ੍ਰਸੇ ਮਨ ਨੂੰ, ਮਨੋਤਾਂ ਨੂੰ ਛੱਡ ਆਪਣੇ ਆਪ ਨੂੰ ਜਾਣਨ ਦਾ ਹੀਆ ਕਰਦਾ ਹੈ। ਇੱਕ ਨਜ਼ਰੀਆ ਅਗਲੇ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇਵੇ ਕਿ ਇਹ ਗਿਆਨ ਇਕੱਠਾ ਕਰਨ ਦਾ ਸ਼ੌਂਕ ਨਹੀਂ ਪਾਲਦਾ। ਫਿਰ ਦੁਹਰਾ ਦੇਵਾਂ, ਇੱਕ ਨਜ਼ਰੀਆ ਕਿਸੇ ਗਿਆਨ ਇਕੱਠਾ ਕਰਨ ਦਾ ਸ਼ੌਂਕ ਨਹੀਂ ਪਾਲਦਾ। ਗਿਆਨ ਦੇ ਸ਼ਾਸਤਰ ਅਤੇ ਗ੍ਰੰਥ ਤਾਂ ਇਨਸਾਨ ਨੇ ਇੰਨੇ ਲਿਖ ਲਏ ਕਿ ਡੂੰਘੇ ਤੋਂ ਡੂੰਘੇ ਸਾਗਰਾਂ ਨੂੰ ਵੀ ਸ਼ਰਮਨਾਕ ਕਰ ਦੇਵੇ, ਪਰ ਮਨੁੱਖ ਨੂੰ ਸਾੜ ਸੱਤੀ ਵਾਲੇ ਰੇਤਲੇ ਮਾਰੂਥਲਾਂ ਵਿੱਚ ਨਿੱਕੇ ਜਿਹੇ ਤਲਾਅ ਦਾ ਹੀ ਤਾਂ ਸਹਾਰਾ ਹੁੰਦਾ ਹੈ, ਤੇ ਉਹ ਸਹਾਰਾ ਹੈ ਉਸ ਦਾ ਇੱਕ ਨਜ਼ਰੀਆ। ਗੱਲਬਾਤ ਇੰਨੀ ਸਿੱਧੀ ਹੋਵੇ ਕਿ ਜ਼ਖਮ ਨੂੰ ਰਾਹਤ ਮਿਲੇ ਤੇ ਦਿਲ ਹੌਲਾ ਹੋਵੇ। ਦਿਲ ਤੇ ਭਾਰ ਚੁੱਕ ਕੇ ਪਛਤਾਵੇ ਦੇ ਡਰ ਵਿੱਚ ਤੇ ਉਸ ਦੀ ਅੱਗ ਵਿੱਚ ਜੀਣਾ ਵੀ ਕੋਈ ਜੀਣਾ ਹੈ। ਅੱਜ ਦਾ ਵਿਸ਼ਾ ਬਹੁਤ ਗੰਭੀਰ ਹੈ। ਇਸ ਵਿਸ਼ੇ ਤੇ ਮਨੁੱਖ ਨੇ ਅਣਗਿਣਤ ਮਨੋਤਾਂ ਖੜੀਆਂ ਕਰਕੇ ਵੰਡੀਆਂ ਦੇ ਦਰਿਆ ਲਾਲ ਕਰ ਸੁੱਟੇ। ਮੈਡੀਟੇਸ਼ਨ ਜਾਂ ਭਗਤੀ। ਇਸ ਵਿਸ਼ੇ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਮੈਡੀਟੇਸ਼ਨ ਦੀ ਸਮਝ ਸਾਨੂੰ ਕੀ ਸਮਝਾਈ ਗਈ। ਕਿਤੇ ਮੈਡੀਟੇਸ਼ਨ ਧਰਮ ਗ੍ਰੰਥਾਂ ਦੇ ਪੰਨਿਆਂ ਦੀ ਗਿਣਤੀ ਮਿੰਤੀ ਵਿੱਚ ਤੇ ਨਹੀਂ ਗਵਾਚ ਗਈ। ਕਿਤੇ ਮੈਡੀਟੇਸ਼ਨ ਰੱਬ ਨੂੰ ਲੱਭਣ ਦੀ ਦੌੜ ਵਿੱਚ ਥੱਕ ਤੇ ਨਹੀਂ ਗਈ। ਕਿਤੇ ਮੈਡੀਟੇਸ਼ਨ ਪੁਜਾਰੀ ਦੀ ਗੋਲਕ ਵਿੱਚ ਤੇ ਨਹੀਂ ਕੈਦ ਹੋ ਗਈ। ਕਿਤੇ ਮੈਡੀਟੇਸ਼ਨ ਤੀਰਥਾਂ ਤੇ ਇਸ਼ਨਾਨ ਕਰ ਡੁੱਬ ਤੇ ਨਹੀਂ ਗਈ। ਕਿਤੇ ਮੈਡੀਟੇਸ਼ਨ ਤੋਤਾ ਬਣ ਕੇ ਨਾਮ ਰਟਨ ਤੇ ਨਹੀਂ ਲੱਗ ਪਈ। ਕਿਤੇ ਮੈਡੀਟੇਸ਼ਨ ਕਥਾ ਕਹਾਣੀਆਂ ਵਿੱਚ ਇੱਕ ਕਹਾਣੀ ਤੇ ਨਹੀਂ ਬਣ ਗਈ। ਕਿਤੇ ਮੈਡੀਟੇਸ਼ਨ ਸਰੀਰ ਦੀ ਨਾਭੀ ਵਿੱਚ ਤੇ ਨਹੀਂ ਜਾ ਫਸੀ। ਕਿਤੇ ਮੈਡੀਟੇਸ਼ਨ ਕਾਵ ਰਚਨਾ ਤੱਕ ਤੇ ਨਹੀਂ ਸੀਮਤ ਹੋ ਗਈ। ਕਿਤੇ ਮੈਡੀਟੇਸ਼ਨ ਤੀਰਥਾਂ ਦੀਆਂ ਦੀਵਾਰਾਂ ਨੂੰ ਤੇ ਨਹੀਂ ਪੂਜਣ ਲੱਗ ਪਈ। ਕਿਤੇ ਮੈਡੀਟੇਸ਼ਨ ਰਾਗਾਂ ਤੋਂ ਮੋਹਿਤ ਹੋ ਕੇ ਆਪਣਾ ਆਪ ਤੇ ਨਹੀਂ ਭੁੱਲ ਗਈ। ਕਿਤੇ ਮੈਡੀਟੇਸ਼ਨ ਤੀਰਥ ਯਾਤਰਾ ਤੇ ਨਹੀਂ ਤੁਰੀ ਰਹੀ। ਕਿਤੇ ਮੈਡੀਟੇਸ਼ਨ ਵੇਸ਼ ਭੂਸ਼ਾ ਦੇ ਭੁਲੇਖੇ ਵਿੱਚ ਤੇ ਨਹੀਂ ਫਸ ਗਈ। ਕਿਤੇ ਮੈਡੀਟੇਸ਼ਨ ਸਿਰਫ ਗਿਆਨ ਦਾ ਕਮਾਂਡ ਤੇ ਨਹੀਂ ਚੁੱਕੀ ਫਿਰਦੀ। ਕਿਤੇ ਮੈਡੀਟੇਸ਼ਨ ਚੁੱਪ ਤੇ ਨਹੀਂ ਹੋ ਗਈ। ਕਿਤੇ ਮੈਡੀਟੇਸ਼ਨ ਗੁਰੂ ਪੀਰਾਂ ਤੇ ਅਵਤਾਰਾਂ ਦੀ ਪੂਜਾ ਤੇ ਨਹੀਂ ਬਣ ਗਈ। ਕਿਤੇ ਦੂਰ ਦਰਾਡੇ ਬੈਠੇ ਰੱਬ ਦੇ ਡਰ ਤੋਂ ਤੇ ਖੌਫ ਤੋਂ ਸਹਿਮ ਤੇ ਨਹੀਂ ਗਈ। ਕਿਤੇ ਮੈਡੀਟੇਸ਼ਨ ਸੰਤਾਂ, ਸਵਾਮੀਆਂ ਤੇ ਬ੍ਰਹਮ ਗਿਆਨੀਆਂ ਨੇ ਅਗਵਾ ਤੇ ਨਹੀਂ ਕਰ ਲਈ। ਕਿਤੇ ਮੈਡੀਟੇਸ਼ਨ ਨਿਪੁੰਸਕ, ਅਪਾਹਜ ਤੇ ਲਾਸ਼ ਬਣ
ਕਿਸੇ ਕੋਨੇ ਵਿੱਚ ਰੋ ਤੇ ਨਹੀਂ ਰਹੀ। ਮੈਡੀਟੇਸ਼ਨ ਦੇ ਨਾਮ ਥੱਲੇ ਧਰਮ ਤੇ ਪੁਜਾਰੀਆਂ ਨੇ ਰੱਜ ਕੇ ਮਾਸੂਮੀਅਤ ਦਾ ਸ਼ੋਸ਼ਣ ਕੀਤਾ। ਕਿਸੇ ਮਨੁੱਖ ਦਾ ਤਜਰਬਾ ਬਹੁਤ ਸ਼ੁਭ ਹੋ ਸਕਦਾ ਹੈ ਤੇ ਪ੍ਰਵਾਨ ਵੀ ਹੈ, ਮਾਰਗਦਰਸ਼ਨ ਵੀ ਕਰ ਸਕਦਾ ਹੈ, ਪਰ ਦੁਨੀਆ ਦਾ ਅਖੀਰਲਾ ਸੱਚ ਨਹੀਂ ਮੰਨਿਆ ਜਾ ਸਕਦਾ। ਮੈਡੀਟੇਸ਼ਨ ਇੱਕ ਖੂਬਸੂਰਤ ਅੰਗ ਹੈ ਜਿਸ ਦਾ ਮਨੋਰਥ ਸਿਰਫ ਖੁਸ਼ਬੂ ਹੀ ਖੁਸ਼ਬੂ, ਪਿਆਰ ਹੀ ਪਿਆਰ, ਮਹਿਕ ਹੀ ਮਹਿਕ, ਸ੍ਰਿਸ਼ਟੀ ਨਾਲ ਇੱਕ ਮਿਕ ਅਮਰ ਹੋ ਜਾਣਾ ਤੇ ਅਮਰ ਹੋ ਜਾਣ ਦੀ ਇੱਕ ਪ੍ਰਕਿਰਿਆ ਹੈ ਜਿਸ ਦਾ ਨਾਮ ਮੈਡੀਟੇਸ਼ਨ ਹੈ। ਮੈਡੀਟੇਸ਼ਨ ਦੇ ਨਾਦਾਂ ਦੀਆਂ ਤਰੰਗਾਂ ਤੇ ਸਵਾਰ ਹੋ ਕਿਸੇ ਵੀ ਕਿਤਾਬੀ ਗਿਆਨ ਦੀ ਲੋੜ ਨਹੀਂ ਪੈਂਦੀ। ਰੰਗ ਰੰਗੀਨ ਹੋ ਉੱਠਦੇ ਹਨ, ਹਰ ਆਵਾਜ਼ ਸੁਰੀਲੀ, ਉਮੰਗਾਂ ਦੇ ਬੱਦਲ ਫਟ ਉੱਠਦੇ ਹਨ ਤੇ ਇੱਛਾਵਾਂ ਚਹਿਕ ਉੱਠਦੀਆਂ ਹਨ। Meditation abolishes the past, demolishes the preordained future, values the present, and heightens the perception of now moment. The extreme sensory acuity in the present moment gives rise to millions of possibilities to explore and live life free from shackles of definition of oneself in past, present, or future. In other words, it's a timeless and most aligned inner focus in life. ਕਾਲ ਵਿੱਚ ਗ੍ਰਸ ਇਨਸਾਨ ਨੂੰ ਅਕਾਲ ਦੀ ਦ੍ਰਿਸ਼ਟੀ ਵਿੱਚ ਜਿਉਣ ਨੂੰ ਹੀ ਮੈਡੀਟੇਸ਼ਨ ਆਖਦੇ ਹਨ। ਇਹ ਇੱਕ ਆਜ਼ਾਦ ਸ਼ੈ ਹੈ। ਇਹ ਕੋਈ ਤੀਰਥ ਜਾਂ ਸਰੋਵਰਾਂ ਵਿੱਚ ਨਹਾਉਣ ਨਾਲ ਨਹੀਂ ਮਿਲਦੀ। ਸਦੀਆਂ ਪਿੱਛੇ ਜਾਂ ਅਵਤਾਰਾਂ ਨੂੰ ਪੂਜਣਾ ਤੇ ਅੱਜ ਤੇ ਹੁਣ ਨੂੰ ਗਵਾ ਦੇਣਾ ਮੈਡੀਟੇਸ਼ਨ ਨਹੀਂ ਆਖਦੇ। ਇਹ ਅੱਖਰਾਂ ਦੀ, ਕਰਮਕਾਂਡ ਦੀ, ਸੰਗੀਤ ਤੇ ਰੱਬ ਦੀ ਗੁਲਾਮੀ ਨਹੀਂ, ਬਲਕਿ ਆਖਰੀ ਗਿਆਨ ਨੂੰ, ਕਰਮ ਨੂੰ, ਸੰਗੀਤ ਤੇ ਰੱਬ ਨੂੰ ਆਪਣਾ ਗੁਲਾਮ ਬਣਾ ਲੈਣਾ ਤੇ ਉਸ ਗੁਲਾਮ ਬਣਾ ਲੈਣ ਦੀ ਸ਼ਕਤੀ ਪ੍ਰਾਪਤ ਕਰ ਕਰੋੜਾਂ ਨਾਦ ਬ੍ਰਹਮੰਡਾਂ ਦਾ ਨਾਦ ਵਿੱਚ ਰਚ ਜਾਣਾ ਮੈਡੀਟੇਸ਼ਨ ਹੈ। ਇਸ ਮੈਡੀਟੇਸ਼ਨ ਨੂੰ ਅਗਲੇ ਪੜਾਵਾਂ ਵਿੱਚ ਇੱਕ ਕਰਕੇ ਵੱਖਰੇ ਨਜ਼ਰੀਆਂ ਤੋਂ ਦੇਖਾਂਗੇ। ਮੈਡੀਟੇਸ਼ਨ ਇੱਕ ਨਜ਼ਰੀਆ।